ਉਹ ਜਦੋਂ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਤੇ ਮੈਂ ਉਹਦੇ ਤੇ ਬੜਾ ਦਚਿੱਤੀ 'ਚ ਪੈ ਗਿਆ ਵੀ ਜਿਹਨੂੰ ਬੰਗਾਲ 'ਚ ਜਿਤਾ ਕੇ ਆਏ ਸੀ, ਚਲੋ ਉਹਨੇ ਧੰਨਵਾਦ ਸਾਡਾ ਕੀਤਾ, ਇੱਕ ਹਾਰਿਆ ਹੋਇਆ ਐਮਐਲਏ ਵੀ ਧੰਨਵਾਦ ਕਰ ਦਿੰਦਾ, ਪਰ ਉਦੋਂ ਬਾਅਦ 'ਚ ਕਦੇ ਉਹਨੇ ਖੇਚਲ ਨਹੀਂ ਕੀਤੀ ਕਿ ਇਹ ਸਟੇਜ ਤੇ ਆ ਕੇ ਕਿਸਾਨਾਂ ਦੇ ਰੂਬਰੂ ਹੋ ਜਾਵੇ। ਤਾਂ ਮੈਨੂੰ 2-4 ਦਿਨ ਇਹ ਲੱਗੀ ਗਿਆ ਕਿ ਹੁਣ ਸਾਨੂੰ ਯੂਪੀ 'ਚ ਜਾਣਾ ਪਊਗਾ, ਸਾਨੂੰ ਅੰਦੋਲਨ ਤੇ ਫੋਕਸ ਕਰਨਾ ਚਾਹੀਦਾ। ਤਾਂ ਮੈਂ ਉੱਥੇ ਕਿੱਥੇ ਗਲਤ ਹੋ ਗਿਆ? ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਅੰਦੋਲਨ ਦੇ ਵਿੱਚ ਡਟੇ ਹੋਏ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੇ ਭਰਾ, ਸਾਡੀਆਂ ਭੈਣਾਂ, ਆਪ ਸਭ ਦਾ ਧੰਨਵਾਦ ਕਰਦੇ ਹਾਂ ਤੇ ਆਪ ਸਭ ਦੇ ਅੱਗੇ ਸਜਦਾ ਕਰਦੇ ਹਾਂ ਕਿ ਇਹ ਅੰਦੋਲਨ ਜਿੱਦਾਂ ਮਾਨ ਸਾਹਿਬ ਨੇ ਕਿਹਾ ਕਿ ਕਿਸੇ ਇੱਕ ਦਾ ਨਹੀਂ ਹੈਗਾ, ਇਹ ਸਾਡਾ ਸਭ ਦਾ ਸਾਂਝਾ ਅੰਦੋਲਨ ਹੈ। ਤੇ ਇਹ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਰਿਹਾ, ਇਹ ਹੁਣ ਪੂਰੇ ਭਾਰਤ ਦਾ ਨਹੀਂ ਰਿਹਾ, ਪੂਰੀ ਦੁਨੀਆ ਦਾ ਅੰਦੋਲਨ ਬਣ ਗਿਆ। ਜਿੰਨੇ ਵੀ ਦੁਨੀਆ ਦੇ ਵਿੱਚ ਇਨਸਾਨੀਅਤ ਪਸੰਦ ਲੋਕ ਨੇ ਉਹ ਸਾਡੀ ਪਿੱਠ ਤੇ ਆ ਕੇ ਖੜੇ ਆ, ਤਾਂ ਉਹ ਇੱਕ ਸਾਡੀ ਵੱਡੀ ਜਿੱਤ ਹੈ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਦੂਰ ਦੂਰ ਤੱਕ ਕੋਈ ਖੇਤੀਬਾੜੀ ਨਾਲ ਲੈਣਾ ਦੇਣਾ ਕਿਸੇ ਨੇ ਕੁਛ ਨਹੀਂ, ਉਹ ਵੀ ਸ਼ਾਮ ਨੂੰ ਚੌਂਕਾਂ ਦੇ ਵਿੱਚ ਝੰਡੇ ਚੱਕ ਕੇ ਖੜੇ ਹੁੰਦੇ ਆ। ਇਹ ਸਾਡੀਆਂ ਪ੍ਰਾਪਤੀਆਂ ਨੇ। ਸੋ ਆਪਾਂ ਸਾਰਿਆਂ ਨੇ ਪਿੱਛੇ ਜੋ ਵੀ ਹੋਇਆ, ਕਿਉਂਕਿ ਜਦੋਂ ਐਡੇ ਅੰਦੋਲਨ ਚੱਲਦੇ ਆ, ਐਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨੇ, ਉਹਦੇ ਵਿੱਚ ਜਿਹੜੇ ਉਤਰਾਅ ਚੜਾਅ ਨੇ ਉਹ ਸਮੇਂ-ਸਮੇਂ ਤੇ ਆਉਂਦੇ ਆ, ਕਦੇ ਉੱਤੇ ਹੋ ਜਾਂਦਾ, ਕਦੇ ਥੱਲੇ ਹੋ ਜਾਂਦਾ। ਪਰ ਹੁਣ ਅੱਜ ਇੱਕ ਜਿਹੜੀ ਅਸੀਂ ਨਵੀਂ ਸ਼ੁਰੂਆਤ ਕਰ ਰਹੇ ਹਾਂ, ਪਿੱਛੇ ਜੋ ਹੋਇਆ ਉਹ ਬਹੁਤ ਚੰਗਾ ਸੀ। ਜਿਹੜੇ ਪੱਖ ਮਾੜੇ ਗਏ ਆ ਉਹਨਾਂ ਨੂੰ ਭੁੱਲ ਕੇ, ਉਹਨਾਂ ਤੇ ਮਿੱਟੀ ਪਾ ਕੇ ਇੱਕ ਨਵੀਂ ਸ਼ੁਰੂਆਤ ਦੇ ਨਾਲ ਆਪਾਂ ਅੱਗੇ ਵਧੀਏ। ਸਾਰੇ ਜਣੇ ਰਲ ਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ। ਬੱਬੂ ਮਾਨ ਸਾਹਿਬ ਨੇ ਇੱਕ ਗੱਲ ਬਹੁਤ ਕਮਾਲ ਦੀ ਅੰਦਰ ਬੈਠਿਆਂ ਨੇ ਕਹੀ ਕਿ ਇਹ ਕਦੇ ਨਾ ਪ੍ਰਵਾਹ ਮੰਨੋ ਕਿ ਇਕੱਠ ਵੱਧ ਗਿਆ ਘਟ ਗਿਆ, ਸਾਡਾ ਮੁੱਦਾ ਇਹ ਨਹੀਂ ਹੈਗਾ। ਹੁਣ ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ ਕਿ ਜਦੋਂ ਤੁਸੀਂ ਪਿੰਡਾਂ ਨੂੰ ਜਾਂਦੇ ਹੋ, ਟੋਲ ਪਲਾਜ਼ਿਆਂ ਤੇ ਦੇਖੋ, ਪਹਿਲਾਂ ਦੇ ਹਿਸਾਬ ਨਾਲ ਪਹਿਲਾਂ 100 150 ਬੰਦਾ ਬਹਿੰਦਾ ਸੀ, ਹੁਣ ਸਾਡੇ ਉਹ 2 ਹੀ ਬਜ਼ੁਰਗ ਬੈਠੇ ਹੁੰਦੇ ਆ, ਕਈ ਵਾਰੀ ਤਾਂ ਇੱਕੋ ਹੀ ਹੁੰਦਾ, ਪਰ ਉਹ ਸਾਡਾ ਇੱਕ ਬਜ਼ੁਰਗ ਹੀ 1.25 ਲੱਖ ਦੇ ਬਰਾਬਰ ਹੁੰਦਾ ਹੈ। ਉਹਦੀ ਕੋਈ ਹਵਾ ਵੱਲ ਨੂੰ ਵੀ ਨਹੀਂ ਝਾਕ ਸਕਦਾ ਕਿ ਕੋਈ ਆ ਕੇ ਕਹਿ ਦੇਵੇ ਵੀ ਟੋਲ ਪਲਾਜ਼ੇ ਤੋਂ ਧਰਨਾ ਚੁਕਾ ਦਾਂਗੇ। ਸਤਿ ਸ੍ਰੀ ਅਕਾਲ। ਸੋ ਇਹ ਤਾਂ ਜਮਾਂ ਹੀ ਨਾ ਪ੍ਰਵਾਹ ਮੰਨੋ ਕਿ ਇਕੱਠ ਵੱਧ ਗਿਆ ਘਟ ਗਿਆ। ਜੇ ਅਸੀਂ 10 ਬੰਦੇ ਵੀ ਇੱਥੇ ਰਹਿ ਗਏ, ਇਹ ਜਿਹੜੀ ਜ਼ਾਲਮ ਸਰਕਾਰ ਹੈ ਇਹਦੇ ਵਿੱਚ ਐਡੀ ਤਾਕਤ ਨਹੀਂ ਹੈਗੀ ਕਿ ਇਹ ਸਾਨੂੰ ਦੁਬਾਰੇ ਇੱਥੋਂ ਵਾਪਸ ਪੰਜਾਬ ਭੇਜ ਦੇਣਗੇ। ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਔਰ ਇਹਨਾਂ ਨੇ ਲਾ ਕੇ ਵੀ ਦੇਖ ਲਿਆ ਪਹਿਲਾਂ, ਇਹ ਤਾਂ ਹੰਬ ਕੇ ਬਹਿ ਗਏ। ਪਰ ਸਾਡਾ ਯੁੱਧ ਹੈ, ਜਿਹੜੀ ਸਾਡੀ ਜੰਗ ਹੈ, ਉਹ ਹਲੇ ਤੱਕ ਜਾਰੀ ਹੈ ਤੇ ਜਦੋਂ ਤੱਕ ਅਸੀਂ ਜਿੱਤਦੇ ਨਹੀਂ ਉਹ ਜਾਰੀ ਰਹੂਗੀ। ਨੌਜਵਾਨ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ ਕਿ ਬਾਹਲੇ ਆਪਾਂ ਇਤਰਾਜ਼ ਚੜਾਅ 'ਚ ਨਾ ਪਿਆ ਕਰੀਏ ਕਿ ਕੌਣ ਕੀ ਕਹਿੰਦਾ ਕੌਣ ਕੀ ਨਹੀਂ ਕਹਿੰਦਾ। ਸਾਰੇ ਜਣੇ ਰਲ ਕੇ ਚੱਲਿਆ ਕਰੀਏ। ਸੰਯੁਕਤ ਮੋਰਚਾ ਇਹ ਸਾਡੀ ਸਭ ਦੀ ਸਾਂਝੀ ਸਟੇਜ ਹੈ। ਸਾਡੇ ਜਥੇਦਾਰ ਨੇ ਲੰਮਾ ਇੱਕ ਤਜਰਬਾ ਇਹਨਾਂ ਦੇ ਕੋਲ ਇਹ ਕਿਸਾਨੀ ਦੇ ਘੋਲ ਲੜਨ ਦਾ, ਤੇ ਅਸੀਂ ਇਹਨਾਂ ਦੇ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ, ਚਾਹੇ ਉਹ ਪੰਜਾਬ ਤੋਂ ਚੱਲੇ ਸੀ, ਚਾਹੇ ਅੱਜ ਦਿੱਲੀ ਦੇ ਵਿੱਚ ਆ ਗਏ। ਤੇ ਜਦੋਂ ਤੱਕ ਇਹ ਜੰਗ ਅਸੀਂ ਨਹੀਂ ਜਿੱਤਦੇ, ਅਸੀਂ ਡਟ ਕੇ ਇਹਨਾਂ ਦੇ ਨਾਲ ਖੜਾਂਗੇ, ਕਿਉਂਕਿ ਇਸ ਅੰਦੋਲਨ ਦੇ ਪਿੱਛੇ ਜਿਹੜੇ ਸਾਡੇ 550 ਤੋਂ ਉੱਤੇ ਭਰਾ ਸ਼ਹਾਦਤਾਂ ਦੇ ਕੇ ਗਏ ਆ, ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹ ਅਸੀਂ ਕਦੇ ਵੀ ਵਿਅਰਥ ਨਹੀਂ ਜਾਣ ਦੇਵਾਂਗੇ। ਉਹਨਾਂ ਦੇ ਪਰਿਵਾਰਾਂ ਨੂੰ ਇਹ ਫੀਲ ਨਾ ਹੋਵੇ ਕਿ ਸਾਡੇ ਪਰਿਵਾਰ ਦਾ ਜੀ ਚਲਾ ਗਿਆ ਤੇ ਰਿਜ਼ਲਟ ਕੋਈ ਵੀ ਨਹੀਂ ਨਿਕਲਿਆ। ਰਿਜ਼ਲਟ ਨਿਕਲੂਗਾ। ਅਸੀਂ ਪੰਜਾਬ ਨੇ, ਹਰਿਆਣੇ ਨੇ, ਰਾਜਸਥਾਨ ਨੇ ਕੋਈ ਕਮੀ ਨਹੀਂ ਛੱਡੀ। ਇਹ ਜਿਹੜੀਆਂ ਬੇਮਤੀਆਂ ਸਰਕਾਰਾਂ ਨੇ, ਹੈਂਕੜਬਾਜ਼ ਸਰਕਾਰਾਂ ਨੇ, ਕੋਈ ਗੱਲ ਨਹੀਂ, ਉਹਨਾਂ ਦਾ ਵੀ ਤਖਤਾ ਪਲਟ ਜਿੱਦਣ ਕਰਨਾ ਤੁਸੀਂ ਹੀ ਕਰਨਾ। ਮੂਹਰੇ ਤਾਂ ਤੁਸੀਂ ਲਾਏ ਹੋਏ ਨੇ। ਤੁਸੀਂ ਪੰਜਾਬ 'ਚ ਹਾਲਾਤ ਦੇਖੋ ਕੀ ਹੈ। ਹਰਿਆਣੇ ਦੇ ਵਿੱਚ ਬੀਜੇਪੀ ਦੀ ਗੌਰਮੈਂਟ ਹੈ। ਇਦੋਂ ਵੱਡੀ ਕੀ ਗੱਲ ਹੋ ਜੂ ਕਿ ਸੀਐਮ ਦਾ ਹੈਲੀਕਾਪਟਰ ਉੱਥੇ ਆਇਆ ਤੇ ਕਿਸਾਨਾਂ ਨੇ ਉਹਨੂੰ ਉੱਤੋਂ ਉੱਤੇ ਹੀ ਮੋੜਤਾ, ਥੱਲੇ ਉਹਦੇ ਪੈਰ ਜੇ ਵੀ ਨਹੀਂ ਲੱਗਣ ਦਿੱਤੇ। ਇਦੋਂ ਵੱਡੀ ਜਿੱਤ ਕੋਈ ਨਹੀਂ ਹੋ ਸਕਦੀ। ਸੋ ਲੰਬਾ ਪਾਉਂਦੇ ਨੇ, ਲੰਬਾ ਉਹ ਬੰਦਾ ਹਮੇਸ਼ਾ ਪਾਉਂਦਾ, ਉਹਨਾਂ 'ਚ ਸਬਰ ਨਹੀਂ ਹੈਗਾ। ਸਾਡੇ 'ਚ ਸਬਰ ਬਹੁਤ ਹੈ, ਸ਼ਾਂਤੀ ਬਹੁਤ ਹੈ। ਅਸੀਂ ਰਲ ਕੇ ਲੜਾਂਗੇ, ਇੱਕ ਹੋ ਕੇ ਲੜਾਂਗੇ। ਮਾੜੇ ਮੋਟੇ ਮਾਨ ਮਟਾਵ, ਕਿਉਂਕਿ ਸਾਡੀ ਕੌਮ ਹੀ ਇਹੀ ਜਿਹੀ ਹੈ, ਚਾਹੁੰਦੇ ਰਹਿੰਦੇ ਆ, ਤਾਂ ਕੋਈ ਗੱਲ ਨਹੀਂ। ਜਥੇਦਾਰ ਵੀ ਸਾਡੇ ਨੇ। ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਹਮੇਸ਼ਾ ਕੁਰਸੀ ਦੀਆਂ ਭੁੱਖੀਆਂ ਹੁੰਦੀਆਂ ਨੇ। ਤਾਂ ਰਾਜੇਵਾਲ ਸਾਹਿਬ ਸਟੇਜ ਤੇ ਬੈਠੇ ਆ। ਇੱਕ ਮੈਂ ਗੱਲ ਬੜੀ ਕਮਾਲ ਦੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਰਾਜੇਵਾਲ ਸਾਹਿਬ ਚੰਡੀਗੜ੍ਹ ਜਾ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਹਿ ਕੇ ਆਏ ਸੀ ਕਿ ਬਾਈ ਚਾਂਸ ਜੇ ਇਹ ਕਾਨੂੰਨ ਵਾਪਸ ਗਵਰਨਮੈਂਟ ਨੇ ਨਾ ਲਏ ਤਾਂ ਯੂਪੀ ਦੀ ਇਲੈਕਸ਼ਨ ਅੱਗੇ ਆ ਰਹੀ ਹੈ, ਤਾਂ ਅਸੀਂ ਉਹਨਾਂ ਨੂੰ ਉੱਥੇ ਯੂਪੀ ਦੇ ਵਿੱਚ ਟੱਕਰਾਂਗੇ ਜਿਵੇਂ ਬੰਗਾਲ 'ਚ ਟੱਕਰੇ ਸੀ। ਜਾ ਕੇ ਬੰਗਾਲ ਦੇ ਵਿੱਚ ਤਖਤਾ ਪਲਟ ਕਰਕੇ ਆਏ ਸੀ। ਉਹ ਜਦੋਂ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਤੇ ਮੈਂ ਉਹਦੇ ਤੇ ਬੜਾ ਦਚਿੱਤੀ 'ਚ ਪੈ ਗਿਆ ਵੀ
ਜਿਹਨੂੰ ਬੰਗਾਲ 'ਚ ਜਿਤਾ ਕੇ ਆਏ ਸੀ, ਚਲੋ ਉਹਨੇ ਧੰਨਵਾਦ ਸਾਡਾ ਕੀਤਾ, ਇੱਕ ਹਾਰਿਆ ਹੋਇਆ ਐਮਐਲਏ ਵੀ ਧੰਨਵਾਦ ਕਰ ਦਿੰਦਾ, ਪਰ ਉਦੋਂ ਬਾਅਦ 'ਚ ਕਦੇ ਉਹਨੇ ਖੇਚਲ ਨਹੀਂ ਕੀਤੀ ਕਿ ਇਹ ਸਟੇਜ ਤੇ ਆ ਕੇ ਕਿਸਾਨਾਂ ਦੇ ਰੂਬਰੂ ਹੋ ਜਾਵੇ। ਚਲੋ ਸਾਡਾ ਕੋਈ ਉਹ ਮੋਟਿਵ ਵੀ ਨਹੀਂ ਸੀ। ਤਾਂ ਮੈਨੂੰ 2-4 ਦਿਨ ਇਹ ਲੱਗੀ ਗਿਆ ਕਿ ਹੁਣ ਸਾਨੂੰ ਯੂਪੀ 'ਚ ਜਾਣਾ ਪਊਗਾ, ਸਾਨੂੰ ਅੰਦੋਲਨ ਤੇ ਫੋਕਸ ਕਰਨਾ ਚਾਹੀਦਾ। ਤਾਂ ਮੈਂ ਉੱਥੇ ਕਿੱਥੇ ਗਲਤ ਹੋ ਗਿਆ, ਜਦੋਂ ਇਹ ਚੀਜ਼ ਮੈਂ ਦੇਖੀ ਕਿ ਜਿਹੜੀਆਂ ਸਰਕਾਰਾਂ ਨੇ ਉਹ ਸਿਰਫ ਕੁਰਸੀ ਦੇ ਪਿੱਛੇ ਚੱਲਦੀਆਂ ਨੇ। ਇਹ ਅੰਦੋਲਨ ਹੁਣ ਉਸ ਸਥਿਤੀ ਦੇ ਵਿੱਚ ਆ ਚੁੱਕਿਆ ਕਿ ਹਾਥੀ ਲੰਘ ਗਿਆ, ਹੁਣ ਕੱਲੀ ਪੂੰਛ ਬਾਕੀ ਹੈ। ਜਦੋਂ ਅਸੀਂ ਅੱਗੇ ਇਹਨਾਂ ਨੂੰ ਯੂਪੀ 'ਚ ਟੱਕਰਾਂਗੇ, ਜਿਹੜਾ ਰਾਜੇਵਾਲ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਜੇ ਯੂਪੀ 'ਚੋਂ ਸੱਤਾ ਉਹਨਾਂ ਦੇ ਹੱਥੋਂ ਚਲੇ ਗਈ ਤਾਂ ਮੰਨ ਲਓ ਮੁੜ ਕੇ ਬੀਜੇਪੀ ਦਾ ਪੂਰੇ ਭਾਰਤ ਦੇ ਵਿੱਚੋਂ ਹੀ ਮਲੀਆਮੇਟ ਹੋ ਜਾਊਗਾ। ਤਾਂ ਉਹ ਮੈਨੂੰ, ਕਿਉਂਕਿ ਹੁਣ ਇਹਨਾਂ ਦੀ ਸਮਝ ਹੈ ਜਿਹੜੀ ਉਹ ਬਹੁਤ ਲੰਬੀ ਹੈ, ਇਹਨਾਂ ਦੀ ਉਮਰ ਦਾ ਤਜਰਬਾ ਬਹੁਤ ਲੰਬਾ ਹੈ। ਇੱਥੇ ਮੈਂ ਇੱਕ ਅੰਤਰ ਇਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਨੌਜਵਾਨ ਲੀਡਰ ਤੇ ਇੱਕ ਸਾਡੇ ਜਿਹੜੇ ਸਮਝਦਾਰ ਲੀਡਰ ਜਿਨ੍ਹਾਂ ਕੋਲ ਇੱਕ ਉਮਰ ਦਾ ਤਜਰਬਾ ਹੈ, ਉਹਨਾਂ ਦੀ ਸੋਚ ਦਾ ਇੱਕ ਫਰਕ ਹੈ। ਮੈਂ ਉਸ ਚੀਜ਼ ਨੂੰ ਉਸ ਆਪਦੇ ਹਿਸਾਬ ਨਾਲ ਰਿਐਕਟ ਕੀਤਾ ਕਿ ਸਾਨੂੰ ਕੀ ਲੋੜ ਹੈ, ਪਰ ਉਹਦਾ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਸਾਨੂੰ ਉਹਦੀ ਲੋੜ ਕਿੱਥੇ ਪੈਣੀ ਹੈ। ਜਦੋਂ ਅਸੀਂ ਯੂਪੀ ਦੇ ਵਿੱਚ ਜਾ ਕੇ ਇਹਨਾਂ ਦੇ ਮੂਹਰੇ ਖੜ ਗਏ, ਇਹਨਾਂ ਨੂੰ ਲੱਗਿਆ ਕਿ ਸਾਡੇ ਹੱਥ 'ਚੋਂ ਜਿਹੜੀ ਕੁਰਸੀ ਤਿਲਕ ਰਹੀ ਹੈ, ਫਿਰ ਇਹ ਆਪਣੇ ਆਪ ਹੀ ਸਾਡੀਆਂ ਮੰਗਾਂ ਮੰਨਣਗੇ। ਸੋ ਸਾਨੂੰ ਇਹ ਲੋੜ ਹੈ ਕਿ ਹੁਣ ਆਪਾਂ ਜਿੰਨਾ ਵੀ ਭਾਈਚਾਰਾ ਸਾਡਾ, ਜਿਨ੍ਹਾਂ ਨੇ ਝੋਨੇ ਤੋਂ ਵਿਹਲੇ ਹੋ ਗਏ, ਉਹ ਦੁਬਾਰੇ ਇਹਨਾਂ ਸਰਹੱਦਾਂ ਵੱਲ ਨੂੰ ਵਾਧਾ ਕਰਨ। ਜਿੰਨਾ ਵੀ ਪਹਿਲਾਂ ਜਿਵੇਂ ਟਰਾਲੀਆਂ ਭਰ ਆਉਂਦੀਆਂ ਸੀ, ਉਵੇਂ ਹੀ ਅਸੀਂ ਵੀ ਲਗਾਤਾਰ ਪਿੰਡਾਂ 'ਚ ਜਾ ਕੇ ਕਵਾਂਗੇ ਤੇ ਕਹਿੰਦੇ ਵੀ ਆ। ਪਿਛਲੇ 3-4 ਮਹੀਨੇ ਤੋਂ ਲਗਾਤਾਰ ਪੰਜਾਬ ਦੇ ਪਿੰਡਾਂ 'ਚ ਗਏ ਆ ਕਿ ਆਪਾਂ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਚਾਲੇ ਪਾਈਏ। ਤੇ ਹੁਣ ਵੀ ਜਿਹੜੀ ਇਹ ਸਾਡੀ ਨਵੀਂ ਇੱਕ ਕਮੇਟੀ ਬਣੀ ਹੈ, ਇਹਦੇ ਅਧੀਨ ਰਹਿ ਕੇ ਸੰਯੁਕਤ ਮੋਰਚੇ ਦੇ ਨਾਲ ਰਲ ਕੇ ਅਗਲੇ ਵੀ ਪ੍ਰੋਗਰਾਮ ਜਿਹੜਾ ਸੰਯੁਕਤ ਮੋਰਚੇ ਨੇ ਦੇਣਾ। ਨੌਜਵਾਨੀ ਵੱਲੋਂ ਮੈਂ ਆਪਦੀ ਗੱਲ ਅੱਜ ਜ਼ਰੂਰ ਰੱਖਤੀ ਸੀ ਕਿ ਪਿੰਡਾਂ 'ਚ ਨੌਜਵਾਨੀ ਇਹ ਕਹਿੰਦੀ ਹੈ ਕਿ ਚਾਹੇ ਛੋਟੇ ਹੀ ਪ੍ਰੋਗਰਾਮ ਦੇ ਦਿਓ, ਉਹਦੇ ਨਾਲ ਲਹਿਰ ਹੈ ਜਿਹੜੀ ਜਿਉਂਦੀ ਰਹਿੰਦੀ ਹੈ, ਪਰ ਸਾਨੂੰ ਮਹੀਨੇ 'ਚ ਘੱਟੋ ਘੱਟ 2 ਪ੍ਰੋਗਰਾਮ ਜ਼ਰੂਰ ਦੇ ਦਿਆ ਕਰੋ। ਉਹ ਚਾਹੇ ਸਾਨੂੰ ਐਂ ਹੀ ਕਹਿ ਦਿਆ ਕਰੋ ਵੀ ਭਾਈ ਆਪਦੀ ਗੱਡੀ ਤੇ ਝੰਡਾ ਲਾ ਲਓ, ਇਹੀ ਸਾਡਾ ਪ੍ਰੋਗਰਾਮ ਹੈ। ਉਹਦੇ ਨਾਲ ਜਿਹੜੀ ਲਹਿਰ ਹੈ ਉਹ ਬਿਲਕੁਲ ਜਿਉਂਦੀ ਰਹਿੰਦੀ ਹੈ ਤੇ ਸਰਗਰਮ ਰਹਿੰਦੀ ਹੈ। ਬਾਕੀ ਬਿਲਕੁਲ ਜਦੋਂ ਤੱਕ ਇਹ ਜੰਗ ਜਿੱਤਦੇ ਨਹੀਂ, ਆਪਾਂ ਸਾਰੇ ਇੱਕ ਹੋ ਕੇ ਲੜਾਂਗੇ ਤੇ ਇੱਕ ਇਹਦੇ ਵਿੱਚ ਹੀ ਜਿੱਤ ਹੈ। ਹਰਿਆਣੇ ਦਾ ਇੱਕ ਬਹੁਤ ਵੱਡਾ ਰੋਲ ਹੈ। ਹਰਿਆਣੇ ਦਾ ਭਾਈਚਾਰਾ ਅੱਜ ਟਰਾਲੀਆਂ ਦੇ ਵਿੱਚ ਸਾਡੇ ਨਾਲ ਰਲ ਕੇ ਬੈਠਾ ਤੇ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਕਿ ਇਹ ਹਰਿਆਣੇ ਵਾਲੇ ਨੇ, ਅਸੀਂ ਪੰਜਾਬ ਵਾਲੇ ਆ ਜਾਂ ਇਹ ਰਾਜਸਥਾਨੇ ਆ। ਇਸ ਅੰਦੋਲਨ ਦੀ ਇੱਕ ਸਭ ਤੋਂ ਵੱਡੀ ਖੂਬਸੂਰਤ ਇਹ ਵੀ ਗੱਲ ਹੈ ਕਿ ਇਹਨੇ ਭਾਈਚਾਰਕ ਸਾਂਝ ਸਾਡੇ ਵਿੱਚ ਬਹੁਤ ਵਧਾਈ ਹੈ। ਸੋ ਅਖੀਰਲੇ ਦਮ ਤੱਕ ਡਟ ਕੇ ਲੜਾਂਗੇ ਤੇ ਇਹਨਾਂ 3 ਕਾਲੇ ਕਾਨੂੰਨਾਂ ਨੂੰ ਵਾਪਸ ਕਰਾ ਕੇ ਪੰਜਾਬ ਨੂੰ ਖੁਸ਼ਹਾਲੀ ਨਾਲ, ਚੜ੍ਹਦੀ ਕਲਾ ਨਾਲ ਵਾਪਸ ਮੁੜਾਂਗੇ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਨੌਜਵਾਨ ਏਕਤਾ, ਸੰਯੁਕਤ ਮੋਰਚਾ